ਸਰ ਆਪਣਿਆਂ ਤੋਂ ਮੁਹਤਾਤ ਰਹਿਣਾ ਹੈ। ਹਾਂ ਦੂਸਰੇ ਬੰਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਏਗਾ, ਲੇਕਿਨ ਆਪਣਿਆਂ ਤੋਂ ਮੁਹਤਾਤ ਰਹਿਣਾ। 1.5 ਮਹੀਨਾ ਮੁਜਰਮ ਸਾਡੇ ਵਿੱਚ ਫਿਰਦਾ ਰਿਹਾ, ਅਸੀਂ ਲੱਭ ਨਾ ਸਕੇ ਇਤਨੀ ਸ਼ਾਤਰ। ਮਗਰ ਜਿਸ ਚੱਕੀ ਦੇ ਵਿੱਚੋਂ ਮੈਂ ਪੀਸਿਆ ਵਾ ਨਾ, ਉਹ ਮੈਨੂੰ ਪਤਾ ਜਾਂ ਮੇਰੇ ਖੁਦਾ ਨੂੰ ਪਤਾ। ਅਗਰ ਮੈਂ ਮਾਰਾ ਜਾਂਦਾ ਤੇ ਬੇਗੁਨਾਹ। हाँ जब के पुलिस और काफी बंदे और औरतां दा शक भी मेरे ते सी, क्यों कि मेरा 24 घंटे दा आना जाना सी। जेड़ी सीसीडी पुलिस है, मैं ओदा तहे दिल नाल शुक्रिया अदा करना मैं मरीद के और शेखपुरा। शाजल ओ शऊ तू कित्ते वे? अच्छा मेरी नाल छोटी बेटी शहर दी आई होएगी, स्कूल गई है। फिर मैं उन्हें पूछया कि यार तू धौल तू दी कट दित्ती। 5 ਵਜੇ ਮੈਂ ਤਕਰੀਬਨ ਵੇਲੀ ਚ ਆਇਆ ਸਾਂ। ਛੁਰੀਆਂ ਦਿਲ ਤੇ ਮਾਰੀਆਂ, ਸਾਈਡਾਂ ਤੇ ਮਾਰੀਆਂ, ਕੰਡ ਦੇ ਪਿੱਛੇ ਮਾਰੀਆਂ। ਤੂੰ ਮਾਰ ਕੇ ਚਲਾ ਜਾਂਦਾ, ਧੌਣ ਕਿਉਂ ਕੱਟੀ? ਇਹ ਉਹ ਮਰਦਾ ਨਹੀਂ ਸੀ। ਤੂੰ ਮਹਿਲ ਚੋਰੀ ਕੀਤਾ ਹੈ, ਮੇਰੀ ਮਾਮਾ ਆਏਗੀ ਤੇ ਮੈਂ ਉਹਨੂੰ ਦੱਸਾਂਗਾ। ਉਹਨੇ ਕਿਹਾ ਮੈਂ ਤੈਨੂੰ ਦੱਸਣ ਜੋਗਾ ਛੱਡਾਂਗਾ ਤੇ ਫਿਰ ਦੱਸਾਂਗਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਾਂ ਬਈ ਦੱਸ ਕਿਉਂ ਮਾਰੇ, ਕਿਵੇਂ ਮਾਰੇ? ਉੱਥੇ ਮੌਕਫ ਮੇਰਾ ਬਿਆਨ ਹੁੰਦਾ ਸੀ कि अगर इन्हू जिन्ना नहीं मारिया तो जिन्ना ने मोबाइल की करना सी। मोबाइल की करना। मेरे भाई आप मुझे ज़रा बताइएगा कि आपकी जो उस मुलज़म से जो बात हुई है, सबसे पहले तो आप अल्लाह पाक की ज़ात का शुक्र अदा करें कि अल्लाह ने आपको सुरखरू किया। कातिल पकड़ा जाना बहुत ज़रूरी था, जिसकी वजह से अल्लाह ने आपकी इज़्ज़त बहाल करनी थी। जी अल्हम्दुलिल्लाह, अल्लाह का लखां करोड़ां शुक्र है और मैं उहदा शुक्र अदा कर ही नहीं सकता। सही है। ਇਹ ਵਾਕਿਆ ਹੋਣ ਦੇ ਬਾਅਦ ਮੈਂ ਇੰਨਾ ਕੋ ਪਰੇਸ਼ਾਨ ਸਾਂ। ਲੋਕ ਤੇ ਸਮਝਦੇ ਸਨ ਕਿ ਮੈਂ ਟੁਰਿਆ ਫਿਰਨਾ ਵਾ, ਮਗਰ ਮੇਰੇ ਵਾਸਤੇ ਟੁਰਨਾ, ਬੈਠਣਾ, ਖਾਣਾ ਵੀ ਨਹੀਂ ਖਾ ਸਕਦਾ ਅੰਦਰ ਸੇ ਮਤਲਬ ਟੁੱਟ ਇਸ ਵਜ੍ਹਾ ਤੋਂ। ਪਹਿਲੇ ਤੇ ਗਮ ਸੀ ਇਬਰਾਹੀਮ ਦਾ, ਉਹਦੇ ਨਾਲ ਮੇਰਾ ਬੜਾ ਪਿਆਰ ਸੀ। ਮੈਂ ਉਹਨੂੰ ਆਪਣੇ ਬੇਟੇ ਤਰ੍ਹਾਂ ਪਾਲਿਆ। ਫਿਰ ਉਹ ਫੌਤ ਹੋ ਗਿਆ, ਉਹਦਾ ਗਮ ਅਸਾਂ ਝੋਲੀ 'ਚ ਪਾ ਲਿਆ ਕਿ ਇਹ ਡਿੱਗ ਕੇ ਫੌਤ ਹੋ ਗਿਆ। ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਆ, ਏਡੀ ਜਲਦੀ ਨਾ ਤੇ ਮਰਨ ਵਾਲੇ ਆ, ਸਹੀ ਹੈ, ਤੇ ਨਾ ਹੀ ਅਸੀਂ ਕਿਸੇ ਨੂੰ ਮਾਰਨ ਵਾਲੇ ਆ। ਸਖਤ ਜੋ ਹੁੰਦੇ ਆ, ਸਾਡੇ 'ਚ ਪਿਆਰ ਜ਼ਿਆਦਾ ਹੁੰਦਾ ਹੈ। ਲੇਕਿਨ ਜਿੱਥੇ ਫਿਰ ਪਿਆਰ ਜ਼ਿਆਦਾ ਹੁੰਦਾ ਉੱਥੇ ਕੋਈ ਯਜ਼ੀਦ ਵੀ ਬਣ ਜਾਂਦਾ ਹੈ। ਸਾਡੀ ਆ ਹਵੇਲੀ ਵਾਲਾ ਪਿੰਡ ਵਾਲੇ ਗਵਾਹ ਨੇ, ਕੋਈ ਇੱਧਰ ਡਰਦਾ ਆਉਂਦਾ ਹੀ ਨਹੀਂ ਹੈ, ਨਾ ਤੇ ਇੱਧਰ ਕੋਈ ਗਲੀ ਹੈ, ਸਹੀ ਹੈ, ਨਾ ਕੋਈ ਆਣਾ ਬਣਦਾ ਹੈ। ਗਲੀ ਬੰਦ ਹੈ ਨਾ, ਹਾਂਜੀ ਗਲੀ ਅੱਗੋਂ ਬੰਦ ਹੈ, ਸਹੀ ਹੈ। ਜਿਸ ਟਾਈਮ ਇਸ ਸ਼ਾਜ਼ਲ ਦੇ ਨਾਲ ਇਹ ਵਾਕਿਆ ਹੋਇਆ, ਦਿਲ ਨੂੰ ਬੜੀ ਪਰੇਸ਼ਾਨੀ ਲੱਗੀ ਕਿ ਇਬਰਾਹੀਮ ਨੂੰ ਇਸ ਤਰ੍ਹਾਂ ਮਾਰ ਦਿੱਤਾ ਗਿਆ ਔਰ ਸ਼ਾਜ਼ਲ ਨੂੰ ਇਸ ਤਰ੍ਹਾਂ ਮਾਰ ਕੇ ਕੋਈ ਮੈਸੇਜ ਦਿੱਤਾ ਗਿਆ ਕਿ ਅਸੀਂ ਇਸ ਹੱਦ ਤੱਕ ਵੀ ਜਾ ਸਕਨੇ ਹਾਂ। ਬਹੁਤ ਦਿਲ ਪਰੇਸ਼ਾਨ ਹੋਇਆ। ਪੁਲਿਸ ਤੇ ਮੁਕੱਦਮਾ ਦਰਜ ਕਰ ਦਿੱਤਾ, ਸ਼ਾਜ਼ਲ ਨੂੰ ਪੋਸਟਮਾਰਟਮ ਕਰਾ ਕੇ ਦਫਨ ਕਰ ਦਿੱਤਾ। ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਹੈ कि मेरे ते भी इल्जाम आने ने। मैं अल्हम्दुलिल्लाह 10-11 साल सऊदी अरब मक्का गुजार के आया। सही है। माजरा की बन गया कि मैनू भी लहदा करके सवालो जवाब, ठीक है, मेरी भाभी ने भी लहदा करके सवालो जवाब। असी कह रहे हैं कि साडा कत्ल होया मोबाइल तो, मोबाइल चोरी होया और कई बंदे इंटरव्यू भी दिते, उन्हें कहा कि मोबाइल नू एक रंग दिता गया, कत्ल कोई होर वजह है। सही है। और जैसा कि हो रहा है, बिल्कुल सही है, हो रहा है। ਅਸੀਂ ਇਹ ਚੀਜ਼ ਤੋਂ ਮੁੱਕਰਦੇ ਨਹੀਂ, ਲੋਕਾਂ ਦੇ ਵਾਕਿਆ ਹੋ ਰਹੇ ਨੇ, ਪਰ ਅਲਹਮਦੁਲਿਲਾ ਅਸੀਂ ਐਸੇ ਵਾਕਿਆ ਦੇ ਵਿੱਚੋਂ ਪਾਕ ਆ। ਅੱਛਾ, ਤੁਹਾਡੀ ਗੱਲ ਹੋਈ ਜੀ ਉਸ ਮੁਲਜ਼ਮ ਨਾਲ, ਕਾਤਲ ਦੇ ਨਾਲ, ਤੇ ਮੈਂ ਆ ਰਿਹਾ ਤੁਸੀਂ? ਹਾਂ ਹਾਂਜੀ। ਉਸ ਤੋਂ ਬਾਅਦ ਅੱਲਾਹ ਪਾਕ ਅਗੇ ਦੁਆਵਾਂ ਕੀਤੀਆਂ, ਐ ਸਾਡੇ ਪਿੰਡ ਦੇ ਬੱਚੇ ਨੇ, ਸਹੀ ਹੈ, ਕਿ ਯਾ ਬਾਰੀ ਤਾਲਾ ਜਿਹੜਾ ਅਸਲ ਮੁਜਰਮ ਹੈ ਸਾਨੂੰ ਉਹ ਚਾਹੀਦਾ, ਉਹ ਸਾਹਮਣੇ ਆ ਜਾਏ। ਐ ਭਾਈ ਹੈ, ਇਹਦੇ ਤੇ ਇਲਜ਼ਾਮ ਆ ਰਿਹਾ ਸੀ, ਇਹਨਾਂ ਤੇ 4 ਜੀਆਂ ਤੇ ਇਲਜ਼ਾਮ ਆ ਰਿਹਾ ਸੀ, ਔਰ ਜਿਹੜੇ ਬਕਾਇਦਾ ਅਸਾਂ ਨਾਮਜ਼ਦ ਕੀਤੇ ਨੇ, ਨਾਮਜ਼ਦ ਕੀਤੇ ਨੇ। ਠੀਕ ਹੈ। ਉਸ ਤੋਂ ਬਾਅਦ ਕਿਰਾਏਦਾਰ ਸਨ, ਉਹਨਾਂ ਤੇ ਵੀ ਇਲਜ਼ਾਮ ਸੀ ਔਰ ਅਸਾਂ ਬਕਾਇਦਾ ਉਹ ਵੀ ਫੜਾਏ ਨੇ। ਵੱਡਾ ਬਾਬਾ ਆਸ਼ਿਕ ਸਾਡਾ ਹੈ, ਉਹ ਦਮਦਰੂਦ ਵੀ ਕਰਦਾ ਹੈ, ਉਹ ਵੀ ਫੜਾਇਆ। ਲੋਕਾਂ ਨੇ ਕਹਿਣਾ ਕਿ ਜਿੰਨਾਂ ਨਾਲ ਮਾਰ ਦਿੱਤਾ ਹੈ, ਅੱਛਾ ਕੋਈ ਛਿਲਾ ਕੀਤਾ ਹੈ, ਕੋਈ ਬਲੀ ਦਿੱਤੀ ਹੈ। ਮਗਰ ਜਦੋਂ ਇਹ ਗੱਲ ਆਂਦੀ ਸੀ ਨਾ, ਤੇ ਮੇਰਾ ਉੱਥੇ ਮੌਕਫ, ਮੇਰਾ ਬਿਆਨ ਹੁੰਦਾ ਸੀ ਕਿ ਅਗਰ ਇਹਨੂੰ ਜਿੰਨਾ ਨਹੀਂ ਮਾਰਿਆ ਤੇ ਜਿੰਨਾ ਨੇ ਮੋਬਾਈਲ ਕੀ ਕਰਨਾ ਸੀ, ਮੋਬਾਈਲ ਕੀ ਕਰਨਾ ਸੀ। ਹਾਂ ਬਿਲਕੁਲ ਸਹੀ ਹੈ, ਜਿੰਨਾ ਨੇ ਮੋਬਾਈਲ ਕੀ ਕਰਨਾ ਸੀ। ਕਿਆ ਦੇਖੋ ਮੋਬਾਈਲ, ਲੋਕ ਹੋਰ ਨੁਕਸਾਨ ਹੈ ਨੁਕਸਾਨ, ਮੈਂ ਕਿਹਾ ਨਹੀਂ, ਜਦੋਂ ਹੋਇਆ ਹੀ ਮੋਬਾਈਲ ਹੈ ਅਸੀਂ ਮੋਬਾਈਲ ਦੱਸਣਾ। ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ। ਇਸ ਬੱਚੇ ਨੂੰ ਵੀ ਫੜਾਇਆ ਗਿਆ, ਆਪਣਾ ਮੁਸ਼ਤਾਕ ਸਾਹਿਬ ਨੂੰ। ਉਹਨਾਂ ਨੂੰ ਕਿਹਾ ਕਿ ਇਹ ਬੰਦੇ ਲੈ ਜਾਓ, ਇਹਨੇ ਤਫਤੀਸ਼ ਕਰੋ। ਠੀਕ ਹੈ। ਸਾਡਾ ਇਸ ਬੱਚੇ ਉੱਤੇ ਸ਼ੱਕ ਬਿਲਕੁਲ ਹੈ ਨਹੀਂ ਸੀ, ਲੱਤ ਦੀ ਟੁੱਟੀ ਸੀ ਐਕਸੀਡੈਂਟ ਨਾਲ, ਔਰ ਵਿੱਚ ਰਾੜ ਹੈ ਲੱਤ ਦੇ ਵਿੱਚ। ਮੈਂ ਖੁਦ ਕਿਹਾ ਵੇ
ਕਿ ਸਾਰਾ ਦਿਨ ਇਹਦੇ ਤੇ ਨਰਮੀ ਰੱਖਣਾ, ਲੇਕਿਨ ਪੁੱਛਣਾ ਜ਼ਰੂਰ ਇਹਨੂੰ ਵੀ ਚੰਗੀ ਤਰ੍ਹਾਂ, हाँ ਲੇਕਿਨ ਨਰਮੀ ਰੱਖਣਾ ਲੱਤ ਤੇ। सही है। ਲੋਕਲ ਪੁਲਿਸ ਸੀ, ਜੋ ਉਹਦੇ ਕੋਲੋਂ ਹੋ ਸਕਿਆ ਉਹਨਾਂ ਨੇ ਕੀਤਾ। ਉਹਨਾਂ ਦੀ ਸਮਝ 'ਚ ਨਾ ਗੱਲ ਆਈ, ਉਹਨਾਂ ਦੀ ਸਮਝ 'ਚ ਆਉਂਦਾ ਸਾਂ ਮੈਂ ਹੀ, हाँ ਲੇਕਿਨ ਅੱਲਾਹ ਪਾਕ ਨੇ ਜੋ ਸੱਚ ਸੀ ਉਹ ਵੀ ਸਾਹਮਣੇ ਕਰਨਾ ਸੀ। ਮੈਂ ਅੱਲਾਹ ਕੀ ਇੰਨੀਆਂ ਕੁ ਦੁਆਵਾਂ ਕੀਤੀਆਂ ਕਿ ਯਾ ਬਾਰੀ ਤਾਲਾ ਅਗਰ ਮੈਨੂੰ ਮੌਤ ਤੇ ਆਣੀ ਹੈ, हाँ ਮੌਤ ਤੋਂ ਮੈਂ ਮੁਨਕਰ ਨਹੀਂ, ਮਗਰ ਯਾ ਬਾਰੀ ਤਾਲਾ ਇਹ ਬਰਬਰੀਅਤ ਦੀ ਮੌਤ ਮੈਨੂੰ ਨਾ ਦੇਣਾ हाय हाय ਕਿ ਮੇਰੇ ਮਰਨ ਤੋਂ ਬਾਅਦ ਵੀ ਮੇਰੀ ਕਬਰ ਤੇ ਵੀ ਇਲਜ਼ਾਮ ਲੱਗਾ ਰਹੇ हाय ਕਿ ਚਾਚੇ ਦਾ ਕਾਤਲ ਔਰ ਇਸ ਵਜ੍ਹਾ ਤੋਂ ਕਾਤਲ। सही बात है। ਮੈਂ ਅੱਲਾਹ ਕੇ ਬੜੀਆਂ ਰੋੜ ਦੁਆਵਾਂ ਕੀਤੀਆਂ ਔਰ ਅੱਲਾਹ ਪਾਕ ਨੇ ਸਾਡੀਆਂ ਸਾਰੀਆਂ ਸੁਣੀਆਂ। ठीक है। ਕਾਤਲ ਜਿਹੜਾ ਹੈ, ਉਹ ਮੋਬਾਈਲ ਉਹਨੇ ਚੋਰੀ ਕੀਤਾ। ਮੈਂ ਉਹਨੂੰ ਪੁੱਛਿਆ ਬਕਾਇਦਾ ਜਾ ਕੇ ਆਮਣੇ ਸਾਹਮਣੇ ਬੈਠ ਕੇ ਗੱਲ ਹੋਈ। ਹਾਂਜੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ। ਐਸਪੀ ਸਾਹਿਬ ਜਦੋਂ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਮੁਕੰਮਲ ਕਰ ਲਈ, ਉਹਨਾਂ ਕਹਿਤਾ ਜੀ ਤੁਹਾਡਾ ਕਾਤਲ ਇਹ ਹੀ ਹੈ। ਹਾਂਜੀ ਉਹਨਾਂ ਕਹਿਤਾ ਕਿ ਤੁਹਾਡਾ ਭਤੀਜਾ ਹੀ ਤੁਹਾਡਾ ਕਾਤਲ ਹੈ। ਬਿਲਕੁਲ। ਔਰ ਸਭ ਤੋਂ ਵੱਡਾ ਜਿਹੜਾ ਪ੍ਰੂਫ ਸੀ ਸਾਡਾ Oppo A16e ਵਿਦਆਊਟ ਡੱਬਾ ਮੋਬਾਈਲ ਟੇਬਲ ਤੇ ਪਿਆ ਹੋਇਆ ਸੀ। ਹਾਂ ਉਹਨਾਂ ਕਿਹਾ ਕਿ ਭਾਈ ਇਹ ਤੁਹਾਡਾ ਕਾਤਲ ਹੈ, ਤੁਸੀਂ ਇਹਨੂੰ ਪੁੱਛ ਸਕਦੇ ਹੋ। ਠੀਕ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਾਂ ਬਈ ਦੱਸ ਕਿਉਂ ਮਾਰੇ, ਹਾਂ ਕਿਵੇਂ ਮਾਰੇ, ਸਹੀ ਹੈ, ਵਜ੍ਹਾ ਕੀ ਬਣੀ। ਵਜ੍ਹਾ ਕੀ ਬਣੀ? ਹਾਂ ਉਹਨੇ ਕਿਹਾ ਜੀ ਮੈਂ ਇਸ ਤਰ੍ਹਾਂ ਮੋਬਾਈਲ ਚੁੱਕਿਆ ਤੇ ਸ਼ਾਜ਼ਲ ਆ ਗਿਆ। ਠੀਕ ਹੈ। ਘਰ ਉਦੋਂ ਕੋਈ ਨਹੀਂ ਸੀ ਸ਼ਾਜ਼ਲ ਨਾ? ਆ ਗਿਆ, ਘਰ ਕੋਈ ਨਹੀਂ ਸੀ। ਇਹਦੇ ਨਾਲ ਹੀ ਬਹਿ ਕੇ LCD ਵੇਂਦੇ ਰਹੇ ਨੇ, ਫਿਲਮਾਂ ਵੇਂਦੇ ਰਹੇ ਨੇ। ਮੇਰੇ ਕੋਲ ਉਹਨਾਂ ਦੇ ਘਰ? ਹਾਂਜੀ ਉਹਨਾਂ ਦੇ ਘਰ ਹੀ ਮਸਾਲਾ ਬਣਾਉਂਦਾ ਸੀ, ਹਰ ਰੋਜ਼ ਉਹਨਾਂ ਦੇ ਘਰ ਆਣਾ ਜਾਣਾ ਸੀ। ਹਾਂ ਉਹਨੇ ਆ ਕੇ ਮੋਬਾਈਲ ਚੁੱਕਿਆ, ਉੱਤੋਂ ਸ਼ਾਜ਼ਲ ਆ ਗਿਆ। ਠੀਕ ਹੈ। ਉਹਨੇ ਕਿਹਾ ਸਾਡਾ ਮੋਬਾਈਲ ਕਿਉਂ ਚੁੱਕਿਆ ਜੀ? ਇਸੇ ਗੱਲ ਤੋਂ ਇਹਨਾਂ ਦੀ ਜਿਹੜੀ ਨਾ ਉਹ ਤਕਰਾਰਬਾਜ਼ੀ ਹੋਣ ਲੱਗ ਪਈ। ਠੀਕ ਹੈ। ਇਹਨੇ ਉਹਦੀ ਇੱਥੋਂ ਦੀ ਬਾਹ ਮਰੋੜ ਕੇ ਸ਼ਾਜ਼ਲ ਦੀ ਪਿੱਛੇ ਲਾਤੀ। ਇਹ ਮੈਂ ਗੱਲ ਜਿਹੜੀ ਕਰ ਰਿਹਾ, ਜਿਹੜੀ ਉਸ ਬੱਚੇ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਹ ਗੱਲ ਕਰ ਰਿਹਾ ਤੁਹਾਡੇ ਨਾਲ। ਹਾਂ ਉਹਨੇ ਕਿਹਾ ਮੈਂ ਉਹਦੀ ਬਾਹ ਮਰੋੜ ਕੇ ਪਿੱਛੇ ਲਾਤੀ। ਉਹਨੇ ਕਿਹਾ ਮੇਰੀ ਮਾਮਾ ਆਏਗੀ ਤੇ ਮੈਂ ਉਹਨੂੰ ਦੱਸਾਂਗਾ ਕਿ ਤੂੰ ਇਹ ਕੰਮ ਕੀਤਾ ਹੈ, ਸਾਡਾ ਤੂੰ ਮੋਬਾਈਲ ਚੋਰੀ ਕੀਤਾ ਹੈ। ਮੇਰੀ ਮਾਮਾ ਆਏਗੀ ਤੇ ਮੈਂ ਉਹਨੂੰ ਦੱਸਾਂਗਾ। ਉਹਨੇ ਕਿਹਾ ਮੈਂ ਤੈਨੂੰ ਦੱਸਣ ਜੋਗਾ ਛੱਡਾਂਗਾ ਤੇ ਫਿਰ ਦੱਸਾਂਗਾ। ਅੱਛਾ। ਉਹਨੂੰ ਮਾਰਨ ਲੱਗ ਪਿਆ। ਉੱਥੇ ਛੁਰੀ ਸੀ ਮਸਾਲੇ ਵਾਲੀ ਜਾਂ ਦੂਜੀ, ਹਾਂ ਉਹ ਛੁਰੀਆਂ ਮਾਰਨ ਲੱਗ ਪਿਆ। ਮੈਂ ਉਹਨੂੰ ਪੁੱਛਿਆ ਕਿ ਯਾਰ ਤੂੰ ਮੋਬਾਈਲ ਜੋ ਲੈਣਾ ਸੀ ਤੂੰ ਲੈ ਕੇ ਚਲਾ ਜਾਂਦਾ। ਹਾਂ ਅਗਰ ਮੋਬਾਈਲ ਨਹੀਂ ਸੀ ਤੇਰਾ ਮੋਬਾਈਲ ਸੌਦਾ ਮੇਰੀ ਵਿਰ ਚੋਂ ਕੋ ਡੰਗਰ ਖੋਲ ਕੇ ਵੇਚ ਲੈਂਦਾ। ਤੂੰ ਉਹਨੂੰ ਮਾਰਿਆ ਕਿਉਂ? ਉਹਨੂੰ ਮਾਰਿਆ ਕਿਉਂ? ਉਹਨੇ ਜਾ ਕੇ 10 ਦਿਨ ਸ਼ਾਮ ਨੂੰ ਲੜਾਈ ਹੋ ਜਾਣੀ ਸੀ। ਮੈਂ ਕਿਹਾ ਲੜਾਈ ਕਿੰਨੀ ਕੁ ਹੋ ਜਾਣੀ ਸੀ? ਹਾਂ ਇਸ ਤੋਂ ਬਹੁਤੀ ਤਾਂ ਨਹੀਂ ਸੀ ਹੋਣੀ। ਇਸ ਤੋਂ ਜ਼ਿਆਦਾ ਨਹੀਂ ਸੀ ਹੋਣੀ ਕਿ ਤੂੰ ਉਹਦੀ ਜਾਨ ਲੈ ਲਈ। ਜਾਨ ਲੈ ਲਈ। ਹੱਤਾ ਕਿ ਉਸ ਬੱਚੇ ਨੇ ਕਿਹਾ ਜੀ ਮੈਨੂੰ ਸਮਝ ਨਹੀਂ ਲੱਗੀ ਕਿ ਮੈਨੂੰ ਕੀ ਬਣ ਗਿਆ ਸੀ। ਅੱਛਾ। ਮੈਂ ਫਿਰ ਉਹਨੂੰ ਛੁਰੀਆਂ ਮਾਰਦਾ ਰਿਹਾ। ਮੈਂ ਕਿਹਾ ਤੂੰ ਛੁਰੀਆਂ ਦਿਲ ਤੇ ਮਾਰੀਆਂ, ਸਾਈਡਾਂ ਤੇ ਮਾਰੀਆਂ, ਕੰਡ ਦੇ ਪਿੱਛੇ ਮਾਰੀਆਂ, ਤੂੰ ਮਾਰ ਕੇ ਚਲਾ ਜਾਂਦਾ, ਧੌਣ ਕਿਉਂ ਕੱਟੀ? ਉਹ ਮਰਦਾ ਨਹੀਂ ਸੀ। ਕਹਿੰਦਾ ਸ਼ਾਜ਼ਲ ਮਰਦਾ ਨਹੀਂ ਸੀ। 40 ਮਿੰਟ ਜਿਸ ਵਜ੍ਹਾ ਤੋਂ ਮੈਂ 40 ਮਿੰਟ ਉਹਨੂੰ ਅੱਜ ਥੱਲੇ ਡੇਕ ਕੇ ਤੇ ਇੱਥੋਂ ਫਿਰ ਮੇਰੀ ਧੌਣ ਕੱਢ ਦਿੱਤੀ। ਫਿਰ ਮੈਂ ਉਹਨੂੰ ਪੁੱਛਿਆ ਕਿ ਯਾਰ ਤੂੰ ਧੌਣ ਤੂੰ ਦੀ ਕੱਢ ਦਿੱਤੀ। 5 ਵਜੇ ਮੈਂ ਤਕਰੀਬਨ ਵੇਲੀ ਚ ਆਇਆ ਸਾਂ। ਮੁਹੱਲੇ ਤੇ ਜਾ ਕੇ ਆਵਾਜ਼ਾਂ ਮਾਰੀਆਂ। ਮੈਂ ਕਿਹਾ ਸ਼ਾਜ਼ਲ ਉਹ ਸ਼ਾਊ ਤੂੰ ਕਿੱਥੇ ਵੇ? ਅੱਛਾ। ਮੇਰੀ ਨਾਲ ਛੋਟੀ ਬੇਟੀ ਚੈਲ ਤੇ ਆਈ ਹੋਏਗੀ, ਸਕੂਲ ਗਈ ਹੈ। ਅਸੀਂ ਦੋਵੇਂ ਬਾਪ ਬੇਟੀ ਆਏ। ਮੈਂ ਆਵਾਜ਼ਾਂ ਮਾਰਦਾ ਰਿਹਾ, ਕੋਈ ਆਵਾਜ਼ ਨਹੀਂ ਆਈ। ਮੈਂ ਮੁਹੱਲੇ ਤੋਂ ਨਹੀਂ ਵੇਖਿਆ, ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਆਈ। ਮੈਂ ਕਿਹਾ ਉਦੋਂ ਤੂੰ ਕਿੱਥੇ ਸੀ? ਅੱਛਾ। ਕਹਿੰਦੇ ਚਾਚੂ ਉਦੋਂ ਮੈਂ ਉਹਨੂੰ ਮਾਰ ਕੇ ਤੇ ਕੰਨ ਦੇ ਉਰੇ ਲੁੱਕ ਗਿਆ ਸੀ। ਮੈਂ ਕਿਹਾ ਤੂੰ ਯਾਰ ਏਡਾ ਕਿ ਤੂੰ ਬੇਦਰਦੀ ਹੋ ਗਿਆ, ਤੂੰ ਮੈਨੂੰ ਦੱਸ ਨਾ ਸਕਿਆ ਉਸ ਟਾਈਮ ਕਿ ਚਾਚੂ ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਉਹਨੂੰ ਚੁੱਕ ਲੈਂਦਾ, ਮੈਂ ਸ਼ਾਇਦ ਕੋਈ ਚਾਰਾ ਜੋਈ ਹੋ ਜਾਂਦੀ, ਸ਼ਾਇਦ ਉਹ ਬਚ ਜਾਂਦਾ ਉਹ। ਤੂੰ ਦੱਸਿਆ ਨਾ। ਮੈਂ ਕਿਹਾ ਮੈਂ ਖੁੱਲੀ ਚ ਖਲੋ ਕੇ ਬਾਹਰ ਵੇਖਿਆ ਸੀ, ਬਾਹਰ ਤਾਲਾ ਵਿੱਚ ਦਰਵਾਜ਼ੇ ਦੇ ਮੈਨੂੰ ਅੜਿਆ ਨਜ਼ਰ ਆਇਆ। ਵੱਜਾ ਸੀ ਅੜੇ, ਲੇਕਿਨ ਮੈਨੂੰ ਤਾਲਾ ਜਦੋਂ ਨਜ਼ਰ ਆਇਆ ਮੈਂ ਪਿੱਛੇ ਆ ਕੇ ਦੀਵਾਰ ਸੀ, ਅੱਗੇ ਜ਼ਿਆਦਾ ਮੈਂ ਨਹੀਂ ਹੋ ਕੇ ਵੇਖ ਸਕਦਾ। ਮੈਂ ਕਿਹਾ ਜਦੋਂ ਮੈਂ ਆਵਾਜ਼ਾਂ ਮਾਰੀਆਂ ਮੈਂ ਲੁੱਕ ਗਿਆ। ਤੇ ਮੈਂ ਕਿਹਾ ਜਦੋਂ ਫਿਰ ਤਾਲਾ ਬਾਹਰ ਲੱਗਾ ਸੀ, ਤਾਲਾ ਬਾਹਰ ਦੀ ਵਜ੍ਹਾ ਕੀ ਹੈ? ਮੈਂ ਤਾਲਾ ਬਾਹਰ ਇਸ ਵਾਸਤੇ ਲਾਇਆ ਸੀ ਕਿ ਜੇ ਕੋਈ ਆਵੇ ਤੇ ਉਹਨੂੰ ਇਹੀ ਹੋਏਗਾ ਕਿ ਸ਼ਾਜ਼ਲ ਘਰ ਨਹੀਂ ਹੈ। ਨਹੀਂ ਹੈ, ਸਹੀ ਹੈ। ਇੰਨਾ ਕੁ ਛਾਤਰ 16-17 ਸਾਲ ਹੋਣ ਦੇ ਬਾਵਜੂਦ ਵੀ ਇੰਨਾ ਛਾਤਰ ਹੈ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਅੰਦਰ ਕੀ ਹੈ। ਅੱਛਾ, ਤੁਹਾਡੀ ਫੈਮਿਲੀ 'ਚ, ਤੁਹਾਡੇ ਖਾਨਦਾਨ ਦੇ ਵਿੱਚ, ਮੇਰੇ ਭਾਈ ਮੈਨੂੰ ਜਵਾਬ ਦੇਣਾ, ਕੋਈ ਐਡਾ ਕੋਈ ਜ਼ਾਲਮ ਬਜ਼ੁਰਗ ਵੀ ਰਿਹਾ ਤੁਹਾਡਾ ਕੋਈ ਜਿਨ੍ਹਾਂ ਦੇ ਵਿੱਚ ਜਿਹਦਾ ਖੂਨ ਸੀ? ਕੋਈ ਨਹੀਂ। ਇਹ ਕਿਸ ਤਰ੍ਹਾਂ ਸਾਰਾ ਇਹਨੇ? ਸਾਡੇ ਜਿਹੜੇ ਵਾਲਿਦ ਸਾਹਿਬ ਨੇ ਉਹਨਾਂ ਨੇ ਪੂਰੀ ਜ਼ਿੰਦਗੀ ਤਕਰੀਬਨ ਕੁਰਬਾਨੀ ਨਹੀਂ ਛੱਡੀ, ਲੇਕਿਨ ਉਹਨਾਂ ਦਾ ਇੰਨਾ ਹੌਸਲਾ ਨਹੀਂ ਸੀ ਕਿ ਉਹ ਆਪਣੇ ਜਾਨਵਰ ਨੂੰ ਖੁਦ ਤਕਬੀਰ ਪਾ ਸਕੇ। ਹੋਏ ਤੇ ਉਹਨਾਂ ਨੂੰ, ਉਹਨਾਂ ਦਾ ਪੋਤੇ ਨੇ ਫੜ ਕੇ ਉਹਨਾਂ ਦੇ ਪੋਤੇ ਦੀ ਧੌਣ ਲਾ ਦਿੱਤੀ। ਉਹਨਾਂ ਦਾ ਇੰਨਾ ਹੌਸਲਾ ਨਹੀਂ ਸੀ ਆ। ਜਿਹੜੇ ਉਹਨਾਂ ਦੇ ਸੰਗੀ ਸਾਥੀ ਮੌਜੂਦ ਨੇ ਉਹ ਦੱਸ ਸਕਦੇ ਨੇ ਬਕਾਇਦਾ, ਉਹਨਾਂ ਨੇ ਕਦੀ ਅਗਰ ਮੁਰਗੀ ਜ਼ਿਬਾ ਕਰਨੀ ਤੇ ਉਹਨੂੰ ਵੀ ਕੋਈ ਤਕਬੀਰ ਨਹੀਂ ਸੀ ਪਾਈ, ਇੰਨੇ ਕੋ ਨਰਮ ਦਿਲ ਸਨ।
ਅਸੀਂ ਵੀ ਉਹਨਾਂ ਦੀ ਔਲਾਦ ਆ। ਹਾਂ ਖੈਰ ਸਾਡੇ ਚਲੋ ਹੌਸਲਾ ਹੈ, ਲੇਕਿਨ ਇਸ ਹੱਦ ਤੱਕ ਤੋਂ ਬਾਅਦ ਤਗਫੁਰullah ਅਸੀਂ ਕਰ ਸਕਦੇ ਆ ਕਿ ਇਹ ਕੰਮ ਕਿਸੇ ਯਜ਼ੀਦ ਦਾ ਹੀ ਹੋ ਸਕਦਾ ਹੈ, ਅੱਛਾ ਕਿਸੇ ਆਮ ਬੰਦਾ ਨਹੀਂ ਹੋ ਸਾਰੀ ਸਕਦਾ। ਡਿਟੇਲ ਫਿਰ ਜਦੋਂ ਸਾਨੂੰ ਉਸ ਤੋਂ ਤੁਸੀਂ ਬਾਅਦ ਪੁਲਿਸ ਨੂੰ ਪੁੱਛਿਆ ਤੇ ਤੁਸੀਂ ਪੁੱਛਿਆ ਜੀ, ਮੁਲਜ਼ਮ ਨੂੰ, ਪੁਲਿਸ ਜੀ। ਨੂੰ ਪੁੱਛਿਆ, ਪੁਲਿਸ ਦਾ ਮੌਕਫ ਵੀ ਆਈ ਸੀ ਜੋ ਦੱਸਦਾ ਪਿਆ ਸੀ। ਹਾਂਜੀ ਬਿਲਕੁਲ, ਪੁਲਿਸ ਦਾ ਮੌਕਾ ਵੀ ਇਹ ਸੀ। ਹਾਂ। ਉਹਨਾਂ ਨੇ ਪੁਲਿਸ ਨਾਲ ਜਦੋਂ ਮੋਬਾਈਲ ਸਿਰਫ ਦੋ ਟ੍ਰੇਸ ਗੱਲਾਂ ਕੀਤਾ ਹੋਈਆਂ ਸਨ। ਉਹਨਾਂ ਨੇ ਪੁਲਿਸ ਮੋਬਾਈਲ ਵਾਲਿਆਂ ਟ੍ਰੇਸ ਨੇ ਕੀਤਾ ਬਾਕੀ ਇਹਦੇ ਕੋਲੋਂ ਪੁੱਛੋ ਮੈਂ ਆਪਣੇ ਬਾਰ-ਬਾਰ ਪੁਲਿਸ ਨੂੰ ਇਹੀ ਕਹਿੰਦਾ ਰਿਹਾ ਕਿ ਸਰ ਕਾਤਲ ਜਿਹੜਾ ਹੈ ਉਹ ਲੱਭਣਾ ਹੈ ਤੇ ਮੋਬਾਈਲ ਤੋਂ ਲੱਭਣਾ ਹੈ। ਅੱਛਾ ਹੁਣ ਤੁਸੀਂ ਉਸ ਪੁਲਿਸ ਦਾ ਕਿਸ ਤਰ੍ਹਾਂ ਸ਼ੁਕਰੀਆ ਅਦਾ ਕਰਨਾ ਚਾਹੋਗੇ ਸਰ ਜਿਨ੍ਹਾਂ ਤੁਹਾਡਾ ਮੁਲਜ਼ਮ ਲੱਭਿਆ, ਜਿਹੜੀ ਤੁਹਾਡੀ ਇੱਜ਼ਤ ਨੂੰ ਸੀਸੀਡੀ ਵੀ ਬਹਾਲ ਪੁਲਿਸ ਹੈ, ਕੀਤਾ। ਜਿਹੜੀ ਸੀਸੀਡੀ ਪੁਲਿਸ ਹੈ, ਮੈਂ ਉਹਦਾ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਮੈਂ ਮਰੀਦ ਕੇ ਔਰ ਸ਼ੇਖਪੁਰਾ ਔਰ ਜ਼ਫਰ ਚੱਠਾ ਸਾਹਿਬ, ਮਰੀਮ ਨਵਾਜ਼ ਸਾਹਿਬਾ, ਜਿਹੜੇ ਸਾਡੇ ਪੰਜਾਬ ਦੇ ਸਰਬਰਾਹ ਨੇ, तमाम ਜਿਹੜੇ ਨੇ, ਮੈਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲ ਨਾਲ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਏਡਾ ਕੋ ਮੁਸ਼ਕਲ ਕਤਲ ਸੀ, ਸਾਡੇ ਵਾਸਤੇ ਬੜਾ ਮੁਸ਼ਕਲ ਸੀ ਔਰ ਬੜੇ ਵੱਡੇ ਸਰ ਇਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ। ਸਹੀ ਹੈ। ਚੈਲੰਜ ਤੋਂ ਮੁਰਾਦ ਕੀ ਸੀ ਕਿ ਅਗਰ ਮੈਂ ਮਾਰਾ ਜਾਂਦਾ ਤੇ ਬੇਗੁਨਾਹ, ਹਾਂ ਜਬ ਕਿ ਪੁਲਿਸ ਔਰ ਕਾਫੀ ਬੰਦੇ ਔਰ ਔਰਤਾਂ ਦਾ ਸ਼ੱਕ ਵੀ ਮੇਰੇ ਤੇ ਸੀ। ਬਿਲਕੁਲ ਕਿਉਂ ਸਹੀ ਹੈ। ਕਿ ਮੇਰਾ 24 ਘੰਟੇ ਦਾ ਆਣਾ ਜਾਣਾ ਸੀ। ਹੂੰ ਮਗਰ ਸ਼ਾਜ਼ਲ ਦਾ ਮਰਨਾ, ਇੱਕ ਮੈਂ ਪੈਗਾਮ ਦਿਆਂਗਾ, ਹੂੰ ਸ਼ਾਜ਼ਲ ਦਾ ਮਰਨਾ ਇਹ ਸਾਬਤ ਹੋਇਆ ਹੈ ਕਿ ਇਸ ਟਾਈਮ ਅਗਰ ਕੋਈ ਦਿਓਰ ਭਾਬੀ ਹੈ ਨਾ, ਉਹਦੇ ਨਾਲ ਜਾਏ ਨਾ। ਓ ਅਗਰ ਕੋਈ ਭੈਣ ਭਰਾ ਵੇ, ਚਾਚੇ ਦੀ ਧੀ ਹੈ, ਤਾਏ ਦੀ ਧੀ ਹੈ ਜਾਂ ਭਾਬੀ ਹੈ, ਹਾਂ। ਬੜੀ ਹੈ ਜਾਂ ਛੋਟੀ ਹੈ, ਓਏ ਹੋਏ ਉਹਦੇ ਨਾਲ ਕਿਤੇ ਦਵਾਈ ਲੈਣ ਵੀ ਜਾਏ ਨਾ। ਬੜੀ ਵੱਡੀ ਮਰਦੀ ਗੱਲ। ਉਹ ਮਰੀਦ ਕੇ ਕਿਤੇ ਜਾਏ ਨਾ, ਸ਼ਹਿਰ ਕਿਤੇ ਜਾਏ ਨਾ। ਕਿਉਂ ਕਿ ਅਗਰ ਕੋਈ ਐਸਾ ਵੈਸਾ ਵਾਕਿਆ ਹੋ ਗਿਆ ਤੁਹਾਡੇ ਤੇ ਹੀ ਪਾਇਆ ਜਾਏਗਾ। ਹਾਏ ਹਾਏ ਮੇਰਾ ਪੈਗਾਮ ਹੈ ਬੜੀ ਗੱਲ। ਇਹ ਜਿਹੜਾ ਬੰਦਾ ਇਹ ਵੀਡੀਓ ਵੇਖੇ ਉਹ ਇਸ ਵੀਡੀਓ ਤੇ ਗੌਰ ਕਰੇ। ਮੈਂ ਲਾਈਕ ਦਾ ਨਹੀਂ ਕਹਿਣਾ, ਮੈਂ ਲਾਈਕ ਦਾ ਨਹੀਂ ਕਹਿਣਾ, ਕਿਉਂਕਿ ਮੈਂ ਮਜ਼ਦੂਰ ਹਾਂ, ਮੈਂ ਮਜ਼ਦੂਰੀ ਕਰਕੇ ਖਾ ਸਕਣਾ ਵਾ। ਕਿਸੇ ਕਰਨਾ ਕਰੇ, ਕਿਸੇ ਨਹੀਂ ਕਰਨਾ ਨਾ ਕਰੇ। ਮਗਰ ਮੇਰਾ ਇਹ ਪੈਗਾਮ ਹੈ ਕਿ ਦਿਓਰ ਹੋਵੇ, ਭਾਬੀ ਹੋਵੇ, ਭੈਣ ਹੋਵੇ, ਭਰਾ ਹੋਵੇ, ਪਿੰਡ ਦੀ ਕੋਈ ਬੀਬੀ ਕਿਸੇ ਦੇ ਨਾਲ ਇਹ ਕਹਿਣ ਦਾ ਇਖਤਿयार नहीं रह गया ਹੁਣ। नहीं मेरे भाई, जो आप लोगों ने किया है वो तो समझ लें कि आपने देवर भाभी के रिश्ते की पमाल नहीं होने दिया, इज्जत बहाल करवाई है जी। और ये आपका पैगाम जो आपके खामोश मैसेज ने शाजल की वजह से जो दिया गया है ना जी, कि देवर और भाभी भी एक दूसरे पे भरोसा कर सकते हैं, वो भी माँ की तरह रह सकते हैं, माँ बेटे की तरह या बहन भाई की तरह भी रह सकते हैं। कुछ गंदे लोगों ने ये रिश्ते को नापाक रिश्ते किया को होगा। नापाक कर दिया। मगर क्या करूं, 1.5 महीना ਮੁਜਰਮ ਸਾਡੇ ਵਿੱਚ ਫਿਰਦਾ ਰਿਹਾ, ਅਸੀਂ ਲੱਭ ਨਾ ਸਕੇ ਇਤਨੀ ਸ਼ਾਤਰ। ਮਗਰ ਜਿਸ ਚੱਕੀ ਦੇ ਵਿੱਚੋਂ ਮੈਂ ਪੀਸਿਆ ਵਾ ਨਾ, ਉਹ ਮੈਨੂੰ ਪਤਾ ਜਾਂ ਮੇਰੇ ਖੁਦਾ ਨੂੰ ਪਤਾ है। ये बिल्कुल नाजरीन, ये मुकम्मल कहानी जो है वो आप लोगों ने सुनी है। अगर कोई भी हमारा महकमा, कोई भी हमारा अदारा अगर कोई अच्छा काम करेगा, लोगों के दुखों का मुदावा करेगा, ऐसे ही लोग उसे अप्रिशिएट करेंगे। सुहेल ज़फ़र चट्ठा साहब की टीम को अप्रिशिएट करेंगे। ज़हीर आलम शाह साहब जो मरीद के CCD के इंचार्ज हैं, जिंदाबाद जिंदाबाद, उनकी टीम ने बहुत अच्छा वर्क किया है। बाकी हमारी भी पुलिस है। आजकल जो महकमे हमारे गवर्नमेंट हैं, उनको पैसे पकड़ने से, नोट पकड़ने से फुर्सत नहीं है। जब कहीं आप थानों में चले जाते हैं तो आपको ऐसे महसूस ज़रूर होता है कि हम शायद को अपने बेटे की शादी पे आ गए हैं और लाख पे लाख दिए जा रहे हैं और लाख पे लाख मांगे जा रहे हैं और मांगने वालों को भी शर्म नहीं आती। ज़हीर शाह साहब जो है ना, ज़हीर शाह साहब, उन्होंने मुझे बोला हुआ है, कहा हुआ है, हाँ। किसी को कोई पैसा नहीं देना, अगर तुम्हें कोई जरूरत है मुझे बताना है। बिल्कुल ऐसे ही है। जो अच्छे अफसरान हैं, हाँ। जिनको अपनी इज्जत की जरूरत है, पैसों से ज्यादा वो ऐसे काम बिल्कुल। करते हैं और दुनिया में भी, आखिरत में भी कहीं गाड़ी गई है, कहीं आई है, पेट्रोल खुद डाला है। वो इज्जत कमाते हैं। बाकी का मैं ये है कि आप अपने घरों पे एक कड़ी नजर रखें। आप में, आपके घर में छुपे हुए कहाँ पे भेड़िए बैठे हुए हैं, आपको कड़ी नजर रखनी होगी कि किस तरह से ਸਰ ਆਪਣਿਆਂ ਤੋਂ ਮੁਹਤਾਤ ਰਹਿਣਾ ਹੈ। हाँ अपने तो ਦੂਸਰੇ ज्यादा ਬੰਦੇ ਨਾਲ रहना है। ਤੁਹਾਡਾ ਗੁਜ਼ਾਰਾ ਹੋ ਜਾਏਗਾ, ਲੇਕਿਨ ਆਪਣਿਆਂ ਤੋਂ ਮੁਹਤਾਤ ਰਹਿਣਾ ਹੈ। ਇਹ ਵੀ ਮੇਰਾ ਪੈਗਾਮ ਹੈ ਕਿ ਆਪਣੇ ਚਾਚਿਆਂ ਤਾਇਆਂ ਦਾ ਤੇ ਆ ਰਿਹਾ ਲੇਕਿਨ ਉਹਨਾਂ ਦੀਆਂ ਔਲਾਦਾਂ ਤੋਂ ਵੀ ਮੁਹਤਾਤ ਰਹਿਣਾ ਹੈ। किस तरह से उस किसी जालिम, के ऊपर भरोसा ना कोई किस तरह करे। से उस जालिम ने, भेड़िए ने भरोसा कीता और दरिंदा देखो, दो बच्चे सिफ्त, साथ जाया करवा ले। किस तरह से उस दरिंदा सिफ्त इंसान ने एक मासूम 13 से 14 साल शाजल की कैसे बड़ी बेरहमी के साथ, बड़ी बेदर्दी के साथ उसकी जान ले ली और अपनों से अपनों का अतबार उठ गया। खून सफ़ेद ऐसे ही हो जाते हैं कि जब घरों में कुछ ऐसे जो दरिंदा सिफ्त लोग हैं, जिनका इंसानियत के साथ कोई तल्लक नहीं होता, जब ऐसे लोग पैदा हो जाते हैं तो फिर अपनों के अपने रिश्तों को भी बदनाम करते हैं। माँ के ऊपर भी काफ़ी इल्ज़ामात लगाए गए। माँ से भी बात करने की कोशिश करेंगे। अल्लाह पाक ने उनको सुरखरू किया। इनकी आंखों में आंसू हैं, अपने बेटे के चले जाने के गम के आंसू भी हैं और एक खुशी भी है कि मुल्ज़म भी पकड़ा गया बेटे का
اور دوسرے نمبر پہ اللہ نے جو ان کو عزت سے نوازا کہ جیسے ان کے اوپر الزامات لگ رہے تھے یہ بے گناہ تھے، اگر ان کو کچھ ہو جاتا تو یہ ساری عمر تو اپنے بے گناہی ثابت بھی نہ کر پاتے۔ ماں کا موقع بھی لیتے ہیں، ملتے ہیں اگلی ویڈیو میں، آپ اور ہم سب کل آنے کے بعد۔